ਬਿਲਕੁਲ ਨਿਊਜ਼ ਆਨਲਾਈਨ ਨਾਲ ਜੁੜੇ ਸਾਰੇ ਦੋਸਤਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਅਸੀਂ ਅੱਜ ਗੱਲ ਕਰਾਂਗੇ ਕਿਸਾਨ ਅੰਦੋਲਨ ਦਿੱਲੀ ਦੇ ਸੰਬੰਧ ਵਿੱਚ। ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਦਿੱਲੀ ਵਿੱਚ ਜਿਹੜਾ ਕਿਸਾਨ ਅੰਦੋਲਨ ਚੱਲ ਰਿਹਾ, ਉਸ ਦੇ ਸੰਬੰਧ ਵਿੱਚ ਲਗਾਤਾਰ ਉੱਥੋਂ ਇਹ ਅਪੀਲਾਂ ਹੋ ਰਹੀਆਂ ਕਿ ਪੰਜਾਬ ਦੇ ਲੋਕਾਂ ਨੂੰ ਵੱਧ ਤੋਂ ਵੱਧ ਇਸ ਅੰਦੋਲਨ ਦੇ ਵਿੱਚ ਸ਼ਾਮਲ ਕੀਤਾ ਜਾਵੇ। ਸਾਡੇ ਦੇਖਣ ਵਿੱਚ ਆਇਆ ਕਿ ਗੁਰਨਾਮ ਸਿੰਘ ਜੱਖੂ ਜਿਹੜੇ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਇਸ ਮੁਹਿੰਮ ਦੇ ਵਿੱਚ ਲਗਾਤਾਰ ਬਿਲ ਗਏ ਦੇ ਹੁਣ ਤੱਕ ਕਈ ਵਿਅਕਤੀਆਂ ਨੂੰ ਇਸ ਅੰਦੋਲਨ ਵਿੱਚ ਸ਼ਾਮਲ ਕਰਾ ਚੁੱਕੇ ਹਨ। ਇਸ ਸੰਬੰਧ ਵਿੱਚ ਇਹਨਾਂ ਨਾਲ ਗੱਲ ਕਰਾਂਗੇ ਵੀ ਇਹ ਜਿਹੜਾ ਇਹ ਮੁਹਿੰਮ ਦੇ ਵਿੱਚ ਚੱਲ ਰਿਹਾ ਆ, ਇਹ ਕਿੱਦਾਂ ਇਸ ਮੁਹਿੰਮ ਨੂੰ ਚਲਾਉਣ ਵਿੱਚ ਕੀ ਇਹਨਾਂ ਦੇ ਕੋਲ ਪ੍ਰਬੰਧ ਆ, ਕਿਸ ਤਰ੍ਹਾਂ ਇਹਨੂੰ ਨੇਪਰੇ ਚੜ੍ਹ ਰਿਹਾ ਆ, ਇਹ ਸਾਰੇ ਸਵਾਲ ਇਹਨਾਂ ਨੂੰ ਕਰਾਂਗੇ। ਗੁਰਨਾਮ ਸਿੰਘ ਜੀ, ਤੁਹਾਡਾ ਬਿਲਕੁਲ ਨਿਊਜ਼ ਆਨਲਾਈਨ 'ਤੇ ਸਵਾਗਤ ਹੈ। ਹਰਜਿੰਦਰ ਸਿੰਘ ਜੀ, ਬਹੁਤ ਬਹੁਤ ਧੰਨਵਾਦ ਤੁਹਾਡੇ ਚੈਨਲ ਦਾ, ਜਿਨ੍ਹਾਂ ਨੇ ਬਹੁਤ ਵੱਡੀ ਕਵਰੇਜ ਸ਼ੁਰੂ 25 ਤਰੀਕ ਤੋਂ ਲੈ ਕੇ ਹੁਣ ਤੱਕ ਕਵਰੇਜ ਤੁਸੀਂ ਦਿੱਲੀ ਤੋਂ ਵੀ ਦਿਖਾਈ ਆ। ਤੁਹਾਡੇ ਚੈਨਲ ਦਾ, ਤੁਹਾਡੀ ਟੀਮ ਦਾ ਬਹੁਤ ਬਹੁਤ ਧੰਨਵਾਦ, ਜਿਹੜਾ ਤੁਸੀਂ ਇੰਨਾ ਉੱਦਮ ਉਪਰਾਲਾ ਕਰ ਰਹੇ ਹੋ, ਕਿਉਂਕਿ ਤੁਹਾਡੇ ਉੱਦਮ ਉਪਰਾਲੇ ਨਾਲ ਹੀ ਲੋਕਾਂ ਤੱਕ ਇੱਕ ਆਵਾਜ਼ ਜਾਂਦੀ ਆ ਕਿ ਨੈਸ਼ਨਲ ਮੀਡੀਆ ਨੇ ਤਾਂ ਇਸ ਕਿਸਾਨ ਪੱਖੀ ਅੰਦੋਲਨ ਤੋਂ ਬਹੁਤ ਪਾਸਾ ਵੱਟਿਆ ਹੋਇਆ। ਤੁਹਾਡਾ ਬਹੁਤ ਬਹੁਤ ਧੰਨਵਾਦ। ਅਸੀਂ ਦੇਖਦੇ ਹਾਂ ਵੀ ਤੁਸੀਂ ਲਗਾਤਾਰ ਬਿਲ ਗਏ ਹੋ, ਪਤਾ ਲੱਗਦਾ ਵੀ ਦਿੱਲੀ ਗਏ ਆ, ਤਾਂ ਜਦੋਂ ਗੱਲ ਕਰਦੇ ਹਾਂ ਤਾਂ ਤੁਸੀਂ ਦੂਸਰੇ ਦਿਨ ਹੀ ਬਿਲ ਗਏ ਆ ਜਾਂਦੇ ਆ। ਇਹ ਲੋਕਾਂ ਨੂੰ ਬੜੀ ਇਸ ਗੱਲ 'ਚ ਹੈਰਾਨੀ ਆਉਂਦੀ ਆ ਵੀ ਗੁਰਨਾਮ ਸਿੰਘ ਕਹਿੰਦਾ ਮੈਂ ਦਿੱਲੀ ਆ, ਹੁੰਦਾ ਬਿਲ ਗਈ ਆ। ਇਹ ਅਪ ਡਾਊਨ ਜਿਹੜਾ ਹੋ ਰਿਹਾ ਆ, ਇਹਦੇ ਬਾਰੇ ਸਾਡੇ ਸਰੋਤਿਆਂ ਨੂੰ ਦੱਸਿਓ ਵੀ ਇਹਦੇ ਪਿੱਛੇ ਸੱਚ ਕੀ ਆ। ਇਹ ਰਜਿੰਦਰ ਸਿੰਘ ਜੀ, ਜਿੱਦਣ 25 ਤਰੀਕ ਨੂੰ ਭਾਈ ਸਿੱਖ ਗੁਰਦੁਆਰਾ ਭਾਈ ਉਦੋਂ ਜੀ ਪਤੀ ਦੁਨੀਆ ਮਨਸੂਰ ਬਿਲਗੇ ਤੋਂ ਕਾਫਲਾ ਜਿਹੜਾ ਤੁਰਿਆ ਸੀਗਾ, ਜੇ ਟਰਾਲੀਆਂ ਵਿੱਚ ਸਾਡੇ ਸਾਥੀ ਸੀ, ਸਾਰੇ ਪਿੰਡ ਦੇ ਨੁਮਾਇੰਦੇ ਸੀਗੇ। ਜਿੱਦਣ ਸਾਡਾ ਉਦੋਂ ਪ੍ਰੋਗਰਾਮ ਜਾਣ ਦਾ ਬਣਿਆ ਅਤੇ ਆਲਰੇਡੀ ਕੀ ਉਸ ਪ੍ਰੋਗਰਾਮ ਤੋਂ ਪਹਿਲਾਂ ਸਾਡੇ ਕੁਛ ਪ੍ਰੋਗਰਾਮ ਕੰਟੀਨਿਊਡ ਚੱਲਦੇ ਸੀਗੇ, ਜਿਹਦੇ ਵਿੱਚ ਇੱਕ ਬਿਲਗਾ ਦੇ ਲੋਕਾਂ ਲਈ ਅਸੀਂ ਮੈਡੀਟੇਸ਼ਨ ਕੈਂਪ DAV ਸਕੂਲ ਦੇ ਵਿੱਚ ਲਾਇਆ ਸੀਗਾ। ਉਹ ਚੱਲਦਾ ਹੋਣ ਕਰਕੇ ਅਸੀਂ ਉਦੋਂ ਇੱਕਦਮ ਮੁੰਡਿਆਂ ਦੇ ਨਾਲ ਜਦੋਂ ਪ੍ਰੋਗਰਾਮ ਬਣਿਆ ਸਾਡਾ, ਅਤੇ ਅਸੀਂ ਇੱਥੋਂ ਗੱਡੀਆਂ ਦੇ ਨਾਲ ਟਰਾਲੀਆਂ ਦੇ ਨਾਲ ਗੱਡੀਆਂ ਲੈ ਕੇ, ਮੇਰੇ ਨਾਲ ਵਾਈਸ ਪ੍ਰਧਾਨ ਪਰਮਿੰਦਰ ਪੰਮਾ ਜੀ, ਮਾਨਕ ਜੀ, ਹੋਰ ਬੜੇ ਸਾਥੀ ਸੀਗੇ, ਅਸੀਂ ਗੱਡੀਆਂ ਦੇ ਵਿੱਚ ਚਲੇ ਗਏ। ਜਥੇਬੰਦੀਆਂ ਦਾ ਜਿਹੜਾ ਅੰਕਲਨ ਜਾਂ ਪਹਿਲਾਂ ਸੀ, ਉਹ ਜ਼ਿਆਦਾਤਰ ਇਹਨਾਂ ਦਾ ਅੰਦੇਸ਼ਾ ਇਹ ਸੀ ਵੀ ਸਾਨੂੰ ਸ਼ੰਭੂ ਬਾਰਡਰ ਤੋਂ ਅੱਗੇ ਨਹੀਂ ਜਾਣ ਨਹੀਂ ਦੇਣਾ ਹੈਗਾ, ਜਿੱਦਾਂ ਜਥੇਬੰਦੀਆਂ ਦੀ ਆਵਾਜ਼ ਆ ਰਹੀ ਸੀਗੀ। ਅਤੇ ਇਹ ਜਦੋਂ ਅਸੀਂ ਫਤਿਹਗੜ੍ਹ ਸਾਹਿਬ ਰਾਤੀ ਤਕਰੀਬਨ 8 ਕੁ ਵਜੇ ਤੱਕ ਪਹੁੰਚੇ, ਅਤੇ 8 ਕੁ ਵਜੇ ਪਹੁੰਚੇ ਤਾਂ ਇਹਨਾਂ ਨੇ ਜਥੇਬੰਦੀਆਂ ਨੇ ਐਲਾਨ ਕਰਤਾ ਵੀ ਗੁਰਦੁਆਰਾ ਫਤਿਹਗੜ੍ਹ ਸਾਹਿਬ ਅੱਜ ਰਾਤ ਰੁਕਾਂਗੇ ਅਤੇ ਸਵੇਰੇ ਉੱਠ ਕੇ ਆਪਾਂ ਅਗਲਾ ਚਾਲਾ ਪਾਵਾਂਗੇ, ਫਿਰ ਦੇਖਾਂਗੇ ਵੀ ਹਰਿਆਣਾ ਦੀ ਗੌਰਮੈਂਟ ਕੀ ਉੱਥੇ ਲੰਘਣ ਦਾ ਦਿੰਦੀ ਰਸਤਾ ਜਾਂ ਨਹੀਂ ਦਿੰਦੀ। ਠੀਕ ਹੈ ਜੀ। ਰਾਤ ਨੂੰ ਫਿਰ ਜਦੋਂ ਸਾਰੇ ਸਾਥੀ ਸਾਡੇ ਗੁਰਦੁਆਰਾ ਸਾਹਿਬ ਫਤਿਹਗੜ੍ਹ ਸਾਹਿਬ ਰੁਕ ਗਏ ਅਤੇ ਅਸੀਂ ਗੱਡੀ ਸੀਗੇ ਤਾਂ ਅਸੀਂ ਫਿਰ ਸ਼ੰਭੂ ਬਾਰਡਰ ਗਏ, ਉੱਥੇ ਦਾ ਹਾਲਾਤ ਦੇਖਿਆ, ਉੱਥੇ ਦੀ ਹਿਸਾਬ ਕਿਤਾਬ ਸਾਰਾ ਦੇਖਿਆ। ਅਤੇ ਉਸ ਵੇਲੇ ਤੱਕ ਕੋਈ ਜ਼ਿਆਦਾ ਸਖਤੀ ਨਹੀਂ ਸੀਗੀ, ਸਾਨੂੰ ਸੀ ਵੀ ਸਵੇਰੇ ਲੰਘਣ ਦਾ ਪ੍ਰੋਗਰਾਮ ਬਣ ਸਕਦਾ। ਅਤੇ ਉਹ ਸਾਡਾ ਜਿਹੜਾ ਮੈਡੀਟੇਸ਼ਨ ਕੈਂਪ ਚੱਲਦਾ ਸੀ, ਸਾਡੀ ਉਹਦੇ ਵਿੱਚ ਹਾਜ਼ਰੀ ਬੜੀ ਜ਼ਰੂਰੀ ਸੀਗੀ, ਕਿਉਂਕਿ ਇਹ ਸ਼ੁਰੂ ਪਹਿਲਾਂ ਕਰ ਚੁੱਕੇ ਸੀਗੇ। ਉਹਦੇ ਕਰਕੇ ਫਿਰ ਅਸੀਂ ਸਲਾਹ ਬਣਾਈ ਵੀ ਹੁਣ ਸੌਣਾ ਹੀ ਆ ਇੱਥੇ ਵੀ ਸਾਰਿਆਂ ਨੇ, ਵੀ ਕਿਉਂ ਨਾ ਅਸੀਂ ਆਪਣਾ ਜਾ ਕੇ ਪਿਛਲਾ ਜਿਹੜਾ ਕੰਮ ਰੰਭਿਆ ਆ ਵੀ ਉਹਦੇ ਵਿੱਚ ਵੀ ਜਿਹੜਾ ਸਾਡਾ ਰੂਟੀਨ ਆ ਉਹ ਬਣੀ ਰਹੇ। ਅਤੇ ਅਸੀਂ ਫਿਰ ਸ਼ੰਭੂ ਤੋਂ ਵਾਪਸੀ ਗੇੜਾ ਮਾਰ ਲਿਆ। ਅਸੀਂ ਦੁਬਾਰਾ ਜਾ ਕੇ ਦੂਏ ਦਿਨ ਫਿਰ ਇਹਨਾਂ ਦੇ ਨਾਲ ਇੱਦਾਂ ਰਲਦੇ ਰਹੇ। ਉਹ ਸਾਡਾ ਫਿਰ ਜਿੰਨੇ ਦਿਨ 2-3 ਦਿਨ ਕੈਂਪ ਸੀਗਾ, ਸਾਨੂੰ ਫਿਰ ਇੱਕ ਰੂਟੀਨ ਇੱਦਾਂ ਦੀ ਬਣਾਉਣੀ ਪਈ ਵੀ ਅਸੀਂ ਦਿਨ ਨੂੰ ਇਹਨਾਂ ਦੇ ਨਾਲ ਉੱਥੇ ਰਲਦੇ ਸੀਗੇ ਅਤੇ ਰਾਤ ਨੂੰ ਵਾਪਸ ਆਣ ਕੇ ਸਵੇਰੇ ਤੜਕੇ ਫਿਰ 5 ਵਜੇ ਅਸੀਂ ਉਹ ਕੈਂਪ ਅਟੈਂਡ ਕਰਨਾ ਕਰਕੇ ਪਹਿਲੇ 2-3 ਦਿਨ ਤਾਂ ਅਸੀਂ ਇੱਦਾਂ ਮਤਲਬ ਆਪਣਾ ਰੱਖਿਆ। ਜਦੋਂ ਫਿਰ ਸਾਡਾ ਉਹ ਕੈਂਪ ਖਤਮ ਹੋ ਗਿਆ, ਉਸ ਦਿਨ ਤੋਂ ਫਿਰ ਲਗਾਤਾਰ ਅਸੀਂ ਆਪਣਾ ਕੱਪੜਾ ਲੀੜਾ ਲੈ ਕੇ, ਜਿਹਦੇ ਵਿੱਚ ਸਾਡੇ ਨਾਲ ਬਲਰਾਜ ਸੋਢੀ ਸੀ, ਪੰਮਾ ਭਾਜੀ ਸੀ, ਜੋ ਭਾਟੀਏ ਹੁਣੀ, ਸਾਰੇ ਜਿੰਨੇ ਮੁੰਡੇ ਨੌਜਵਾਨ ਪਿੰਡ ਦੇ ਸੀਗੇ ਉਹ ਸਾਡੇ ਨਾਲ ਰਲ ਗਏ। ਤਕਰੀਬਨ ਫਿਰ ਸਾਡਾ ਇੱਦਾਂ ਆਉਣ ਜਾਣ ਬਣਿਆ ਰਿਹਾ ਵੀ 2 ਰਾਤਾਂ ਰਹੇ। ਜਿਨ੍ਹਾਂ ਮੁੰਡਿਆਂ ਨੇ ਉੱਥੋਂ ਵਾਪਸੀ, ਕਿਸੇ ਨੂੰ ਕੋਈ ਜ਼ਰੂਰੀ ਰੁਝੇਵਾਂ ਆਇਆ, ਜ਼ਰੂਰੀ ਕੰਮ ਆ, ਕਿ ਵਿਆਹ ਸ਼ਾਦੀ ਆ ਕਿ ਪਿੱਛੇ ਰਿਸ਼ਤੇਦਾਰੀ 'ਚ, ਉਹਨਾਂ ਨੂੰ ਅਸੀਂ ਉੱਥੋਂ ਵਾਪਸ ਲੈ ਆਈਦਾ ਆ ਅਤੇ ਇੱਧਰੋਂ ਗੱਡੀਆਂ ਭਰ ਕੇ ਉੱਥੇ ਲੈ ਜਾਈਦੀਆਂ। ਉਹ ਫਿਰ ਜਦੋਂ ਮੁੰਡੇ 1-2 ਦਿਨ ਰਹਿ ਲੈਂਦੇ ਆ, ਉਸ ਤੋਂ ਬਾਅਦ ਫਿਰ ਦੂਜਾ ਜਿਹੜਾ ਗਰੁੱਪ ਉੱਧਰੋਂ ਆਉਣ ਵਾਲਾ ਉਹਨਾਂ ਨੂੰ ਨਾਲ ਲੈ ਆਈਦਾ, ਨਵੇਂ ਮੁੰਡੇ ਲੈ ਜਾਈਦੇ ਆ। ਅਤੇ ਇੱਦਾਂ ਕਰਕੇ ਫਿਰ ਅਸੀਂ ਉੱਦਣ ਦੀ ਰੂਟੀਨ ਬਣਾਈ ਹੋਈ ਆ ਵੀ 2-3 ਦਿਨ ਜਿਹੜੇ ਉੱਥੇ ਰਹਿ ਕੇ ਫਿਰ 1-2 ਦਿਨ ਦੇ ਵਿੱਚ ਦੂਜਾ ਨਵਾਂ ਗਰੁੱਪ ਲਿਜਾ ਕੇ, ਤਾਂ ਕਿ ਬੈਕਅਪ ਜਿਹੜਾ ਉੱਥੇ ਮਿਲਣਾ ਬਹੁਤ ਜ਼ਰੂਰੀ ਆ, ਕਿਉਂਕਿ ਇਹ ਲੰਬਾ ਸਮਾਂ ਕੁਛ ਬੰਦੇ ਰਹਿ ਸਕਦੇ ਆ, ਕੁਛ ਬੰਦੇ ਜਿੰਨੀ ਕੁ ਆਪਣੇ ਰੁਝੇਵਾਂ ਮੁਤਾਬਕ ਆਪਣਾ ਸਮਾਂ ਦੇ ਸਕਦੇ ਆ। ਅਸੀਂ ਤਾਂ ਉਹਨਾਂ ਨੂੰ ਵੀ ਕਹਿੰਦੇ ਧੰਨਵਾਦ ਤੁਹਾਡਾ, ਤੁਸੀਂ 1 ਦਿਨ ਦਿਓ, 2 ਦਿਨ ਦਿਓ। ਲਿਆਉਣ ਲਿਜਾਣ ਦੀ ਜ਼ਿੰਮੇਵਾਰੀ ਜਿਹੜੀ ਆ ਉਹ ਸਾਡੀ ਆ। ਅਸੀਂ ਕਿਸੇ ਕੋਲੋਂ ਕੋਈ ਉਸ ਚੀਜ਼ ਦਾ ਮਤਲਬ ਖਰਚਾ ਨਹੀਂ ਲੈਂਦੇ। ਉੱਥੇ ਠਹਿਰਾਉਣ ਦਾ ਖਰਚਾ ਜਿਹੜਾ ਸਾਰਾ ਉਹ ਅਸੀਂ ਆਪ ਚੱਕਦੇ ਹਾਂ। ਪਰ ਸਾਡਾ ਇਹ ਆ ਵੀ ਬੈਕਅਪ ਇੰਨਾ ਚਾਹੀਦਾ ਆ ਵੀ ਉੱਥੇ ਰਸ਼ ਪਾਉਣ ਲਈ ਜਾਂ ਰਸ਼ ਦਿਖਾਲਣ ਲਈ ਪਿੱਛੋਂ ਲੋਕਾਂ ਦਾ ਜਾਣਾ ਲਗਾਤਾਰ ਬਹੁਤ ਜ਼ਿਆਦਾ ਲਾਜ਼ਮੀ ਆ, ਉਹ ਜ਼ਰੂਰੀ ਆ। ਇਸ ਲਈ ਹੀ ਉੱਦਮ ਉਪਰਾਲੇ ਕਰ ਰਹੇ ਹਾਂ। ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਵੀ ਤੁਸੀਂ ਕਾਰਾਂ 'ਚ, ਗੱਡੀਆਂ 'ਚ ਜਿਹੜਾ ਆ ਉਹ ਲਗਾਤਾਰ ਆਈ ਜਾਂਦੇ ਜਾਈ ਜਾਂਦੇ ਆ, ਬੜਾ ਜਿਹੜਾ ਆ ਲੰਮਾ ਸਫ਼ਰ ਆ, ਤੇਲ 'ਤੇ ਬੜਾ ਖਰਚਾ ਹੁੰਦਾ ਆ। ਇਹ ਕਿਸ ਤਰ੍ਹਾਂ, ਇਹ ਜਿਹੜਾ ਤੁਸੀਂ ਐਡਜਸਟ ਕਿਸ ਤਰ੍ਹਾਂ ਕਰਦੇ ਆ?
ਉਹ 'ਚ ਰਜਿੰਦਰ ਸਿੰਘ ਜੀ ਪਹਿਲਾਂ ਤਾਂ 2-3 ਗੇੜੇ ਤਾਂ ਮੈਂ ਤੇ ਪੰਮਾ ਭਾਜੀ ਤੇ ਨਾਲ ਸਾਡੇ ਬਲਰਾਜ ਸੋਢੀ ਸੀਗਾ, ਅਸੀਂ ਕੋਲੋਂ ਹੀ ਖਰਚਾ ਕੀਤਾ। ਅਸੀਂ ਕਿਸੇ ਤੋਂ ਮੰਗਿਆ ਨਹੀਂ, ਕੁਛ ਦਿੱਤਾ ਨਹੀਂ, ਅਸੀਂ ਆਪਣਾ ਹੀ ਕਰਦੇ ਰਹੇ। ਉਸ ਤੋਂ ਬਾਅਦ ਜਿੱਦਾਂ ਹੁਣ ਅਸੀਂ ਗਏ ਆ ਐਤਵਾਰ ਵਾਲੇ ਦਿਨ, ਤੇ ਮੇਰੇ ਬਹੁਤ ਹੀ ਜ਼ਿਆਦਾ ਨਜ਼ਦੀਕੀ ਸੁਖਵਿੰਦਰ ਸ਼ਿੰਦਾ ਜੀ ਪੱਤੀ ਨੀਲੋਵਾਲ ਤੋਂ, ਉਹਨਾਂ ਨੇ ਜਿੱਦਾਂ ਕਿਤੇ ਸਾਡਾ ਦੇਖਿਆ ਹੋਣਾ ਫੋਟੋ ਵਗੈਰਾ ਸੋਸ਼ਲ ਮੀਡੀਆ ਤੇ ਉਹਨੇ ਕਿਹਾ ਸੀਗਾ ਵੀ ਮੈਂ ਤੁਹਾਨੂੰ ਥੋੜ੍ਹੀ ਸੇਵਾ ਭੇਜੂੰਗਾ, ਵੀ ਤੁਹਾਨੂੰ ਜਿੱਥੇ ਠੀਕ ਲੱਗੇ ਤੇ ਤੁਸੀਂ ਖਰਚ ਲਿਓ। ਤੇ ਅਸੀਂ ਫਿਰ ਉੱਥੇ ਦਾ ਹਾਲਾਤ ਦੇਖ ਕੇ, ਜੋ ਅਸੀਂ ਉੱਥੇ ਲਗਾਤਾਰ ਜਾ ਰਹੇ ਸੀਗੇ, ਤੇ ਲੰਗਰ ਪਾਣੀ ਦੀ ਜਾਂ ਹੋਰ ਕਿਸੇ ਪ੍ਰਬੰਧ ਦੀ, ਖਾਣ ਪੀਣ ਦੀ, ਤਾਂ ਉੱਥੇ ਇੱਕ ਪੈਸੇ ਦੀ ਕੋਈ ਕਮੀ ਨਹੀਂ ਹੈਗੀ ਕਿਸੇ ਤਰ੍ਹਾਂ। ਮਤਲਬ ਜੇ ਕਹਿ ਸਕਦੇ ਵੀ ਹੋ ਸਕਦਾ ਘਰ ਆਪਾਂ ਨੂੰ ਉੱਦਾਂ ਦਾ ਖਾਣਾ ਨਾ ਮਿਲਦਾ ਹੋਵੇ ਜਿਹੜੀਆਂ ਆਈਟਮਾਂ ਸਾਨੂੰ ਉੱਥੇ ਖਾਣ ਨੂੰ ਮਿਲਦੀਆਂ। ਸਮੱਸਿਆ ਸਭ ਨੂੰ ਵੱਡੀ ਉੱਥੇ ਹੈਗੀ ਆ ਟੋਇਲਟ ਬਾਥਰੂਮ ਦੀ। ਹਰਿਆਣਾ ਸਰਕਾਰ ਨੇ ਜਿਹੜਾ ਕਲੰਕ ਖੱਟਿਆ ਸਾਨੂੰ ਸ਼ੰਭੂ ਬਾਰਡਰ 'ਤੇ ਰੋਕ ਕੇ, ਉਹਨੂੰ ਉਹ ਮਤਲਬ ਧੋ ਸਕਦੀ ਸੀ ਵੀ ਜੇ ਜਿੱਦਾਂ ਸੋਨੀਪਤ ਉੱਥੇ ਨਗਰ ਨਿਗਮ ਪੈਂਦਾ ਆ, ਵੀ ਟੋਇਲਟ ਦਾ ਟੈਂਪਰੇਰੀ ਉੱਥੇ ਪ੍ਰਬੰਧ ਹੋ ਜਾਂਦਾ ਜਾਂ ਕੁਛ ਹੋ ਜਾਂਦਾ, ਪਰ ਉਹ ਸਰਕਾਰ ਨੇ ਜਿਹੜਾ ਉਹ ਪ੍ਰਬੰਧ ਨਹੀਂ ਕੀਤਾ, ਉਹਦੇ ਕਰਕੇ ਮਤਲਬ ਉੱਥੇ ਬਹੁਤ ਵੱਡੀ ਟੋਇਲਟ ਬਾਥਰੂਮ ਦੀ ਪ੍ਰੋਬਲਮ ਹੈਗੀ ਆ। ਬਾਕੀ ਖਾਣ ਪੀਣ ਦੀ ਕੋਈ ਕਮੀ ਨਹੀਂ। ਅਤੇ ਇਹ ਫਿਰ ਅਸੀਂ ਉਹ ਸੁਖਜਿੰਦਰ ਭਾਜੀ ਨਾਲ ਗੱਲ ਕਰਕੇ ਅਸੀਂ ਫਿਰ ਇਹ ਕੀਤਾ ਵੀ ਜਿਹੜਾ ਗੱਡੀਆਂ ਇੱਥੋਂ ਜਾਣਾ ਚਾਹੁੰਦੀਆਂ, ਜਿਨ੍ਹਾਂ ਦੇ ਕੋਲ ਮਤਲਬ ਮਨ ਉਹਨਾਂ ਦਾ ਸ਼ਾਮਲ ਹੋਣ ਦਾ ਹੈਗਾ, ਕਈ ਵਿਚਾਰੇ ਸਾਵੇਂ ਸਿੱਕੇ ਦੁਕਾਨਦਾਰ ਆ ਜਾਂ ਸਾਵੇਂ ਸਿੱਕੇ ਸਾਡੇ ਭਾਈ ਭਰਾ ਆ, ਉਹਨਾਂ ਕੋਲ ਜਾਣ ਦਾ ਪ੍ਰਬੰਧ ਹੈ ਨਹੀਂ ਸੀਗਾ। ਅਸੀਂ ਫਿਰ ਕੀ ਕਰ ਦਿੱਤਾ ਵੀ ਜਿੰਨਾ 3-4 ਹਜ਼ਾਰ ਦਾ ਤੇਲ ਲੱਗਦਾ ਇੱਕ ਗੱਡੀ ਨੂੰ, ਅਸੀਂ ਹਰ ਗੱਡੀ ਨੂੰ ਤੇਲ ਦਾ ਖਰਚਾ ਦੇ ਜਾਵਾਂਗੇ। ਜੇ ਤਾਂ ਗੱਡੀ ਕਿਸੇ ਕੋਲ ਆਪਣੀ ਹੈਗੀ ਤਾਂ ਅਸੀਂ ਉਹਨੂੰ ਖਰਚਾ ਦੇ ਦਈਦਾ, ਨਹੀਂ ਤਾਂ ਕੋਸ਼ਿਸ਼ ਕਰੀ ਦੀ ਫਿਰ ਅਸੀਂ ਆਪਣੀਆਂ ਗੱਡੀਆਂ ਜਿਹੜੀਆਂ ਸਾਡੇ ਕੋਲ ਹੈਗੀਆਂ ਆ ਉਹਨਾਂ ਵਿੱਚ ਲਿਜਾ ਕੇ, ਤੇ ਅਸੀਂ ਫਿਰ ਉਹ ਮਤਲਬ ਸਾਡੀ ਕੋਸ਼ਿਸ਼ ਆ ਵੀ ਉੱਥੇ ਹਰ ਬੰਦਾ ਇਸ ਯੋਗਦਾਨ ਜਿਹੜਾ ਚੱਲ ਰਿਹਾ ਅੰਦੋਲਨ 'ਚ ਯੋਗਦਾਨ ਜ਼ਰੂਰ ਪਾਵੇ। ਅਤੇ ਉਹ ਫਿਰ ਖਰਚਾ ਜਿਹੜਾ ਹੁਣ ਸਾਨੂੰ ਥੋੜ੍ਹੇ ਜਿਹੇ ਕਿਸੇ ਨੇ ਪੈਸੇ ਭੇਜੇ ਸੀਗੇ ਅਤੇ ਅਸੀਂ ਉਹਦੇ ਵਿੱਚੋਂ ਕਰ ਲਿਆ। ਬਾਕੀ ਅਸੀਂ ਬਾਕੀਆਂ ਨੂੰ ਵੀ ਅਪੀਲ ਕਰਦੇ ਹਾਂ ਵੀ ਉੱਥੇ ਖਾਣ ਪੀਣ ਦੀ ਇਸ ਵੇਲੇ ਕੋਈ ਕਮੀ ਨਹੀਂ ਹੈਗੀ। ਲੋਕਾਂ ਨੂੰ ਲਿਜਾਣ ਦਾ ਉਹ ਪ੍ਰਬੰਧ ਹੋਣਾ ਬਹੁਤ ਜ਼ਿਆਦਾ ਲਾਜ਼ਮੀ। ਅੱਜ ਪੱਤੀ ਭੋਜਾ ਦੀ ਸੰਗਤ ਨੇ ਸਾਂਝੇ ਤੌਰ 'ਤੇ ਪਾਠ ਰਖਾਇਆ ਸੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਸੰਬੰਧ ਵਿੱਚ, ਅਤੇ ਜਿਹੜੀ ਸਾਡੀ ਜਿੱਤ ਦੀ ਲੜਾਈ ਚੱਲ ਰਹੀ ਹੈ ਦਿੱਲੀ ਨਾਲ, ਉਹਦੇ ਸੰਬੰਧ ਵਿੱਚ ਉੱਥੇ ਵੀ ਅਸੀਂ ਅਪੀਲ ਕਰਕੇ ਆ ਰਹੇ ਹਾਂ ਵੀ ਸਾਡਾ ਵੱਡਾ ਜਥਾ ਇੱਕ ਬੀਬੀਆਂ ਦਾ, ਉਹ 2-4 ਦਿਨ ਦੇ ਵਿੱਚ ਅਸੀਂ ਪਲਾਨ ਕਰਕੇ ਅਸੀਂ ਇੱਕ ਬੱਸ ਲਿਜਾਈਏ, 2 ਬੱਸਾਂ ਭਰ ਕੇ ਲਿਜਾਈਏ, ਕਿਉਂਕਿ ਉੱਥੇ ਹੀ ਜਦੋਂ ਸੁਣਦੇ ਹਾਂ ਦੁਆਬੇ ਵਾਲਿਆਂ ਦੇ ਇਹ ਗੱਲ ਜ਼ਰੂਰ ਉੱਥੇ ਲੱਗਦੀ ਸੁਣਨੇ ਨੂੰ ਵੀ ਮਾਲਵਾ ਅਤੇ ਮਾਝਾ ਜਿਹੜਾ ਆ ਉਹ ਅੰਦੋਲਨ ਲਈ ਬਹੁਤ ਅੱਗੇ ਆ, ਅਤੇ ਦੁਆਬਾ ਥੋੜ੍ਹਾ ਠੰਡਾ ਰਹਿੰਦਾ। ਪਰ ਸਾਡਾ ਇਸ ਵਾਰੀ ਜਿਹੜਾ ਅੰਦੋਲਨ ਦੇ ਵਿੱਚ ਦੁਆਬੇ ਵਾਲੇ ਮੁੰਡਿਆਂ ਨੇ ਸ਼ੰਭੂ ਬਾਰਡਰ 'ਤੇ ਵੀ ਪੂਰਾ ਆਪਣਾ ਯੋਗਦਾਨ ਪਾਇਆ, ਅਤੇ ਹੁਣ ਵੀ ਕੋਈ ਕਸਰ ਨਹੀਂ ਛੱਡ ਰਹੇ, ਕਿਉਂਕਿ ਦੁਆਬੇ ਬੈਲਟ ਵਿੱਚ ਬਹੁਤ ਜ਼ਿਆਦਾ NRI ਕਰਕੇ ਜਿੰਨੀ ਫਾਈਨਾਂਸਲੀ ਵੀ ਮਦਦ ਹੋ ਰਹੀ ਆ, ਪਿੰਡਾਂ ਵਿੱਚੋਂ ਪਿੰਨੀਆਂ ਬਣ ਕੇ ਜਾ ਰਹੀਆਂ ਜਾਂ ਹੋਰ ਲੰਗਰ ਰਸਤਾ ਜਾ ਰਹੀਆਂ ਆ, ਉਹ NRI ਦੇ ਸਿਰ 'ਤੇ ਸਾਰਾ ਕੁਝ ਹੋ ਰਿਹਾ। ਪਰ ਬੀਬੀਆਂ ਦੀ ਜਿਹੜੀ ਗਿਣਤੀ ਆ ਹਜੇ ਵੀ ਦੁਆਬੇ ਵਿੱਚ ਉੱਥੇ ਹੈ ਨਹੀਂ ਗੀ। ਉਸ ਬਿਲਗਾ ਨਗਰ ਇੱਕ ਜਿੱਦਾਂ ਬਹੁਤ ਵੱਡਾ ਪਿੰਡ ਆ, 40-50 ਪਿੰਡਾਂ ਨੂੰ ਇਹ ਇੱਕ ਸੇਧ ਦੇਣ ਵਾਲਾ ਪਿੰਡ ਆ, ਅਤੇ ਅਸੀਂ ਜੇ ਬੀਬੀਆਂ ਦਾ ਜਥੇ ਇੱਥੋਂ ਹੁਣ ਅਸੀਂ ਲੈ ਕੇ ਜਾਂਦੇ ਬਿਲਗੇ ਤੋਂ ਹੌਲੀ ਹੌਲੀ ਦੂਜੇ ਪਿੰਡਾਂ ਵਿੱਚੋਂ ਵੀ ਬੀਬੀਆਂ ਨੂੰ ਪਿਰਤ ਪਊਗੀ ਇੱਕ ਜਾਣ ਦੀ, ਕਿਉਂਕਿ ਜੇ ਅਸੀਂ ਇੱਥੋਂ 4 ਵਜੇ ਤੁਰਦੇ ਹਾਂ ਅਤੇ 9 ਵਜੇ ਅਸੀਂ ਆਰਾਮ ਨਾਲ ਉੱਥੇ ਪਹੁੰਚ ਜੀਦਾ ਮੋਰਚੇ 'ਚ, ਉੱਥੋਂ ਸ਼ਾਮ ਨੂੰ 4-5 ਵਜੇ ਤੁਰੇ, ਰਾਤ ਨੂੰ 9-10 ਵਜੇ ਤੱਕ ਘਰ ਆ ਜਾਣਾ। ਅਤੇ ਉਹਦੇ ਨਾਲ ਬੀਬੀਆਂ ਦੇ ਰਹਿਣ ਦਾ ਵੀ ਸਾਨੂੰ ਕੋਈ ਜ਼ਿਆਦਾ ਪ੍ਰਬੰਧ ਕਰਨ ਦੀ ਲੋੜ ਨਹੀਂ ਹੈਗੀ, ਕਿਉਂਕਿ ਡੇ 1 ਦਾ ਪ੍ਰੋਗਰਾਮ ਹੋਣਾ ਹੈ, ਇੱਕ ਦਿਨ ਦੇ ਵਿੱਚ ਵਾਪਸੀ ਹੋ ਜਾਣੀ। ਤਾਂ ਇੱਕ ਬੀਬੀਆਂ ਦੇ ਵਿੱਚ ਜਾਣ ਦਾ ਇੱਕ ਪਿੰਡੋ ਪਿੰਡ ਇੱਕ ਲੋਕਾਂ ਦੇ ਵਿੱਚ ਇੱਕ ਕਰੇਜ਼ ਪੈਦਾ ਹੋਊਗਾ ਵੀ ਯਾਰ ਜੇ ਬਿਲਗੇ ਵਾਲੇ ਗਏ ਤਾਂ ਲਾਗੇ ਕੋਈ ਗੁਮਟਾਲੀ ਵਾਲਾ ਜਾਊ, ਖੋਖੇ ਵਾਲਾ ਜਾਊ, ਪੁਆਧੜਾ, ਤਲਮਣ, ਪ੍ਰਤਾਪਰਾ, ਸਾਡੇ ਲਾਗੇ ਵੱਡੇ ਵੱਡੇ ਪਿੰਡ ਮੌਤ ਸਾਹਿਬ ਆ, ਉਹ ਸਾਰੀਆਂ ਬੀਬੀਆਂ ਦੇ ਵਿੱਚ ਇੱਕ ਰੁਝਾਨ ਪੈਦਾ ਹੋਊਗਾ, ਕਿਉਂਕਿ ਉੱਥੇ ਇਸ ਵੇਲੇ ਬੈਕਅਪ ਦੀ ਬਹੁਤ ਜ਼ਿਆਦਾ ਲੋੜ ਆ। ਜਿਹੜੇ ਬੰਦੇ ਪਿਛਲੇ 15 ਦਿਨ ਤੋਂ ਬੈਠੇ ਆ, ਉਹਨਾਂ ਦੇ ਆਪਣੇ ਪਰਿਵਾਰ ਵੀ ਪਿੱਛੇ ਉਡੀਕਦੇ ਆ, ਉਹਨਾਂ ਨੇ ਵੀ ਵਾਪਸ ਘਰ ਨੂੰ ਆਉਣਾ ਆ। ਜਿਹੜਾ ਰਹਿ ਸਕਦਾ ਉਹਦਾ ਤਾਂ ਬਹੁਤ ਜਿਹੜੇ ਕਹਿ ਸਕਦੇ ਸੈਲਿਊਟ ਹੈ ਉਹਨੂੰ, ਤਾਂ ਉਹਦਾ ਹੱਲ, ਉਹਦਾ ਤਾਂ ਕੋਈ ਮੁੱਲ ਹੀ ਹੈ ਨਹੀਂ। ਜਿਹੜਾ ਬੰਦਾ ਲਗਾਤਾਰ ਰਹਿ ਰਿਹਾ ਆ, ਉੱਥੇ ਟਰਾਲੀ ਸੌਂ ਰਿਹਾ ਆ, ਉੱਥੇ ਜਿਹੜੀ ਮਿਹਨਤ ਰਹਿ ਕੇ ਕਰ ਰਹੇ ਆ, ਉਹਨਾਂ ਨੂੰ ਸਲਿਊਟ ਆ। ਪਰ ਬੈਕਅਪ ਦੇਣ ਲਈ ਜਿੰਨੀ ਅਸੀਂ ਟੀਮ ਪਿੱਛੋਂ ਜਾ ਰਹੇ ਹਾਂ, ਅਸੀਂ ਵੀ ਚਾਹੁੰਦੇ ਹਾਂ ਵੀ ਕਿਸੇ ਨਾ ਕਿਸੇ ਤਰ੍ਹਾਂ ਹਰ ਬੰਦੇ ਦਾ ਯੋਗਦਾਨ ਪੈ ਜਾਵੇ। ਤੁਸੀਂ ਜਿਸ ਤਰ੍ਹਾਂ ਸੁਣਿਆ ਆ ਕਿ ਇਹਨਾਂ ਵੱਲੋਂ ਬੜਾ ਇਹ ਉਦਮ ਕੀਤਾ ਜਾਂਦਾ ਆ ਵੀ ਉੱਥੇ ਬੈਕਅਪ ਜਿਹੜਾ ਬਹੁਤ ਜ਼ਰੂਰੀ ਆ। ਗੁਰਨਾਮ ਸਿੰਘ ਜੀ, ਹੁਣ ਤੱਕ ਇਸ ਸੰਘਰਸ਼ ਦੇ ਵਿੱਚ ਤੁਹਾਡੇ ਕਿੰਨੇ ਕੁ ਗੇੜੇ ਲੱਗ ਚੁੱਕੇ? ਸਾਡੇ ਜੀ 6 ਗੇੜੇ ਕੰਪਲੀਟ ਹੋ ਚੁੱਕੇ ਆ, ਅਤੇ ਸਵੇਰੇ ਅਸੀਂ ਦੁਬਾਰਾ ਫੇਰ ਜਾ ਰਹੇ 7ਵੇਂ ਗੇੜੇ ਦੇ ਵਿੱਚ, ਜਿਹਦੇ ਵਿੱਚ ਨਵੇਂ ਮੁੰਡੇ ਜਿਹੜੇ ਹੋਰ ਜਾਣਾ ਚਾਹੁੰਦੇ ਆ, ਅਸੀਂ ਉਹਨਾਂ ਨੂੰ ਲੈ ਕੇ ਜਾਣਾ ਆ। ਅਤੇ ਜਿੱਦਾਂ ਵੀ ਸਾਨੂੰ ਮੁੜ ਕੇ ਡਿਮਾਂਡ ਆ ਜਾਂਦੀ ਹੈ, ਜੋ ਮੁੰਡੇ ਆ ਜਾਂਦੇ ਭਾਜੀ ਅਸੀਂ ਜਾਣਾ ਚਾਹੁੰਦੇ ਆ, ਜਾਂ ਫੋਨ ਆ ਜਾਂਦਾ ਆ, ਅਸੀਂ ਸੋਸ਼ਲ ਮੀਡੀਆ 'ਤੇ ਪਾ ਦਈਦਾ ਵੀ ਅਸੀਂ ਫਲਾਣੇ ਦਿਨ ਜਾਣਾ ਆ। ਅਤੇ ਹੁਣ ਕੱਲ੍ਹ ਮਤਲਬ 11 ਤਰੀਕ ਨੂੰ ਸਵੇਰੇ ਅਸੀਂ 4 ਵਜੇ ਤੁਰਨਾ ਆ, ਅਤੇ ਸ਼ਾਮ ਕੱਲ੍ਹ ਇੱਕ ਹੋਰ ਉੱਥੇ 11 ਦੀ ਰਾਤ ਵੀ ਰਵਾਂਗੇ, 12 ਦੀ ਵੀ ਰਵਾਂਗੇ, ਫਿਰ 13 ਨੂੰ ਅਸੀਂ ਵਾਪਸ ਆਵਾਂਗੇ। ਸਾਨੂੰ ਇਹ ਵੀ ਦੱਸਿਓ ਵੀ ਤੁਹਾਡੇ ਜਿਹੜਾ ਇਹ ਦਿੱਲੀ ਦਾ ਰਸਤਾ ਆ ਪੈਰੀਂ ਲੱਗ ਗਿਆ, ਕਿੰਨੀ ਕੁ ਹੁਣ ਬਾਟ ਮਹਿਸੂਸ ਹੁੰਦੀ ਆ, ਕਿੰਨਾ ਕੁ ਦੂਰ ਲੱਗਦੀ ਦਿੱਲੀ? ਹੁਣ ਤਾਂ ਜੀ ਇੱਦਾਂ ਲੱਗਦਾ ਵੀ ਘਰੋਂ ਉੱਠੇ ਆ, ਤਿਆਰ ਹੋਏ ਆ,
ਤੇ ਵੀ ਜੇ ਲੈ ਵੀ ਲੁਧਿਆਣੇ ਨੂੰ ਚੱਲੇ, ਦਿੱਲੀ ਨੂੰ ਮਤਲਬ ਇੱਦਾਂ ਕੁ ਲੱਗਦਾ 300 ਸਵਾ 300 ਕਿਲੋਮੀਟਰ ਆਪਣਾ ਮੋਰਚਾ ਲੱਗਾ ਜਿਹੜਾ ਹੈਗਾ ਆ। ਸੜਕਾਂ ਬਹੁਤ ਇਸ ਵੇਲੇ ਮਤਲਬ ਪੱਧਰੀਆਂ ਆ, ਕੋਈ ਜ਼ਿਆਦਾ ਟ੍ਰੈਫਿਕ ਹੈ ਨਹੀਂ ਗਾ। ਜੇ ਅਸੀਂ 4 ਵਜੇ ਤੜਕੇ ਤੁਰਦੇ ਹਾਂ ਤਾਂ ਤਕਰੀਬਨ 9 ਵਜੇ ਅਸੀਂ ਮੋਰਚੇ ਵਾਲੀ ਸਟੇਜ ਦੇ ਲਾਗੇ ਪਹੁੰਚ ਜਾਈਦਾ ਆ। ਅਤੇ ਮਤਲਬ ਐਵਰੇਜ 5 ਘੰਟੇ ਲੱਗਦੇ, 5 ਘੰਟੇ, ਅਤੇ ਸ਼ਾਮ ਨੂੰ ਵੀ 5 ਘੰਟੇ ਆਉਣ ਨੂੰ ਲੱਗਦੇ ਆ। ਕਿਹੜੇ ਤੁਸੀਂ ਮੋਰਚੇ 'ਤੇ ਜ਼ਿਆਦਾ ਜਾਂਦੇ ਆ? ਜਿਹੜਾ ਸਾਡਾ ਸਿੰਘੂ ਬਾਰਡਰ ਜਿਹੜਾ ਕਰਨਾਲ ਰੋਡ 'ਤੇ ਮੋਰਚਾ ਆ, ਹਜੇ ਤੱਕ ਅਸੀਂ ਉੱਥੇ ਹੀ ਗਏ ਹਾਂ। ਟਿਕਰੀ ਬਾਰਡਰ ਵਾਲਾ ਜਿਹੜਾ ਆ ਉੱਧਰਲੀ ਜ਼ਿਆਦਾਤਰ ਸੰਗਤ ਜਿਹੜੀ ਹੈਗੀ ਆ ਉਹ ਬਠਿੰਡਾ, ਸੰਗਰੂਰ, ਫਰੀਦਕੋਟ, ਬਰਨਾਲਾ, ਮਾਨਸਾ, ਉੱਧਰ ਵਾਲੀ ਸੰਗਤ ਜਿਹੜੀ ਉਹ ਟਿਕਰੀ ਬਾਰਡਰ 'ਤੇ ਆ। ਪਰ ਆਪਣੀ ਜਿੰਨੀ ਇੱਧਰੋਂ ਰੋਪੜ, ਜਲੰਧਰ, ਲੁਧਿਆਣਾ, ਗੁਰਦਾਸਪੁਰ, ਅੰਮ੍ਰਿਤਸਰ, ਸਾਰੇ ਜ਼ਿਲ੍ਹੇ ਜਿਹੜੇ ਆ, ਕਪੂਰਥਲਾ, ਉਹ ਜ਼ਿਆਦਾ ਆਪਣਾ ਕਰਨਾਲ ਵਾਲੇ ਸਿੰਘੂ ਬਾਰਡਰ 'ਤੇ ਹੈਗੇ ਆ। ਇਹਨੂੰ ਕੁੰਡਲੀ ਬਾਰਡਰ ਵੀ ਕਿਹਾ ਜਾਂਦਾ? ਹਾਂ, ਉਹਦੇ ਵਿੱਚ ਇਹ ਹੈਗਾ ਵੀ ਜਿੱਥੇ ਆਪਣੀ ਇਸ ਵੇਲੇ ਸਟੇਜ ਲੱਗੀ ਹੈ ਉਹਨੂੰ ਆਪਾਂ ਕੁੰਡਲੀ ਬਾਰਡਰ ਕਹਿੰਦੇ, ਵੀ ਉਹ ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦਾ ਇੱਕ ਸ਼ਹਿਰ ਆ। ਅਤੇ ਜਿਹੜਾ ਜਦੋਂ ਆਪਾਂ ਟੱਪਦੇ ਸਾਰੇ ਦਿੱਲੀ ਵਾਲੀ ਸਾਈਡ ਪੈਰ ਰੱਖਦੇ ਉਹਦਾ ਉਹ ਸਿੰਘੂ ਬਾਰਡਰ, ਮਤਲਬ ਉੱਧਰਲਾ ਪਹਿਲਾ ਸ਼ਹਿਰ ਜਿਹੜਾ ਉਹ ਸਿੰਘੂ ਆ। ਅਤੇ ਉਹ ਕਰਕੇ ਕੁੰਡਲੀ ਸਿੰਘੂ ਬਾਰਡਰ ਜਿਹੜਾ ਇਹ ਇਕੱਠਾ ਹੀ ਹੈਗਾ ਆ। ਪਰ ਆਪਣੀ ਸਟੇਜ ਜਿਹੜੀ ਇਸ ਵੇਲੇ ਲੱਗੀ ਹੋਈ ਆ, ਜਿਹੜੀ ਮੇਨ ਸਟੇਜ 31 ਜਥੇਬੰਦੀਆਂ ਦੀ, ਉਹ ਆਪਣੀ ਕੁੰਡਲੀ ਬਾਰਡਰ ਸੋਨੀਪਤ 'ਚ ਹੀ ਲੱਗੀ ਹੋਈ ਆ। ਬਿਲਗੇ ਵਿੱਚ ਹੁਣ ਤੱਕ ਤੁਸੀਂ ਦੇਖਿਆ ਲੋਕਾਂ 'ਚ ਦਿੱਲੀ ਨੂੰ ਜਾਣ ਦਾ ਇਸ ਕਿਸਾਨ ਅੰਦੋਲਨ ਦੇ ਵਿੱਚ ਕਿੰਨਾ ਕੁ ਉਤਸ਼ਾਹ ਆ, ਕਿੰਨਾ ਕੁ ਰੁਝਾਨ ਆ? ਬਹੁਤ ਜ਼ਿਆਦਾ ਨੌਜਵਾਨਾਂ ਵਿੱਚ ਖਾਸ ਕਰਕੇ ਬਹੁਤ ਜ਼ਿਆਦਾ ਰੁਝਾਨ ਹੈਗਾ ਆ। ਕੁਛ ਨੌਜਵਾਨ ਇੱਦਾਂ ਵੀ ਔਨ ਦਾ ਡੇ ਇੱਕ ਦਿਨ ਲਈ ਜਾਣਾ ਚਾਹੁੰਦੇ ਆ। ਪਰ ਸਾਡੀ ਸਾਰੇ ਨੌਜਵਾਨਾਂ ਨੂੰ ਅਪੀਲ ਆ ਵੀ ਘੱਟੋ ਘੱਟ ਜਦੋਂ ਅਸੀਂ ਗੱਡੀ ਦਾ ਤੁਹਾਡੇ ਲਈ ਪ੍ਰਬੰਧ ਕਰ ਦੇਣਾ ਆ, ਤੇਲ ਦਾ ਖਰਚਾ ਲੈਣਾ, ਤੇਲ ਦਾ ਖਰਚਾ ਲੈ ਲਓ, ਸਾਡੀ ਗੱਡੀ ਲਿਜਾਣੀ, ਸਾਡੀ ਗੱਡੀ ਲੈ ਜਾਓ। ਪਰ ਫਿਰ ਘੱਟੋ ਘੱਟ ਮਤਲਬ ਕਿ 1 ਜਾਂ 2 ਰਾਤਾਂ ਰਹਿ ਕੇ ਆਓ, ਤਾਂ ਕਿ ਆਪਣਾ ਆਉਣ ਜਾਣ ਵਿੱਚ ਜਿਹੜਾ ਸਮਾਂ ਲੰਘਦਾ ਆ, ਕੋਈ ਮਜਬੂਰੀ ਹੈਗੀ ਫਿਰ ਤਾਂ ਚਲੋ ਮੁੜਨਾ ਪੈਂਦਾ ਆ। ਜੇ ਕਿਸੇ ਦਾ ਸਰਦਾ ਤਾਂ ਘੱਟੋ ਘੱਟ 2 ਰਾਤਾਂ ਦਾ ਸਟੇਅ ਲੈ ਕੇ ਜਾਓ, ਤਾਂ ਕਿ ਤੁਹਾਡਾ ਗਿਆਨ ਦਾ ਫਿਰ ਉੱਥੇ ਤੁਹਾਨੂੰ ਵੀ ਪਤਾ ਲੱਗ ਜਾਏ ਉੱਥੇ ਕੀ ਹਾਲਾਤ ਆ, ਕੀ ਗੱਲਬਾਤ ਆ, ਸਾਰਿਆਂ ਨੂੰ ਮਿਲ ਹੋ ਜਾਂਦਾ ਆ। ਉੱਥੇ ਪਤਾ ਲੱਗਦਾ ਆ ਜਾ ਕੇ ਵੀ ਸਾਡੀ ਜਥੇਬੰਦੀ ਜਿਹੜੀ ਦਿੱਲੀ ਸਰਕਾਰ ਨਾਲ ਗੱਲ ਕਰ ਰਹੀ ਆ, ਵੀ ਉਹ ਜਥੇਬੰਦੀ ਇਸ ਵੇਲੇ ਕਿੰਨੀ ਆਪਣੀ ਲਰਨਿੰਗ ਕਰਦੀ ਆ, ਕਿੰਨਾ ਸਟੱਡੀ ਕਰਦੀ ਆ ਕੇਸਾਂ ਨੂੰ। ਜਦੋਂ ਪ੍ਰਪੋਜ਼ਲ ਆਉਂਦੀ ਜਾਂ ਕੋਈ ਗੌਰਮੈਂਟ ਦਾ ਪਲਾਨ ਆਉਂਦਾ ਆ, ਜਾਂ ਉਹਨਾਂ ਦੀ ਕੋਈ ਆਉਂਦੀ ਵੀ ਅਸੀਂ ਆਹ ਕਰਾਂਗੇ, ਆਪਣੀਆਂ ਜਥੇਬੰਦੀਆਂ ਉੱਥੇ ਸਟੇਜ 'ਤੇ ਸਾਰਾ ਪਿੱਛੇ ਬੈਠ ਕੇ ਪਹਿਲਾਂ ਪਲਾਨ ਕਰਦੀਆਂ, ਫਿਰ ਮੀਡੀਆ ਨੂੰ ਮੁਖਾਤਮ ਹੁੰਦੀਆਂ, ਫਿਰ ਜਾ ਕੇ ਉਹਨਾਂ ਦੇ ਨਾਲ ਸਰਕਾਰ ਦੇ ਨਾਲ ਗੱਲ ਕਰਦੀਆਂ, ਫਿਰ ਸਰਕਾਰ ਕੋਲੋਂ ਵਾਪਸ ਆਣ ਕੇ ਫਿਰ ਦੂਏ ਦਿਨ ਸਾਰਾ ਐਨਾਲਾਈਜ਼ ਕਰਕੇ ਸਾਰਾ ਮੀਡੀਆ ਦੇ ਸਾਹਮਣੇ ਪੇਸ਼ ਕਰਦੀਆਂ। ਜਥੇਬੰਦੀਆਂ ਦੇ ਉੱਤੇ ਇਸ ਵੇਲੇ ਬਹੁਤ ਵੱਡਾ ਦਾਰੋਮਦਾਰ ਆ, ਉਹਨਾਂ ਦੀ ਜ਼ਿੰਮੇਵਾਰੀ ਬਹੁਤ ਵਧੀ ਹੋਈ ਆ, ਔਰ ਸਭ ਨੂੰ ਵੱਡਾ ਕਹਿ ਸਕਦੇ ਹਾਂ ਵੀ ਉਹਨਾਂ ਦੇ ਹਿੱਸੇ ਸੇਵਾ ਆਈ ਆ। ਔਰ ਸਾਰੀ ਜਿੰਨੀ ਉੱਥੇ ਲੱਖਾਂ ਦੇ ਹਿਸਾਬ ਦੇ ਨਾਲ ਜਨਤਾ ਜਾਂ ਸੰਗਤ ਜਾਂ ਆਪਾਂ ਸੰਘਰਸ਼ੀ ਗਏ ਹੋਏ ਆ, ਉਹ ਸਾਰੀ ਸੰਗਤ ਨੇ ਇਸ ਵੇਲੇ ਉਹਨਾਂ 'ਤੇ ਸਾਰਾ ਭਰੋਸਾ ਕੀਤਾ ਹੋਇਆ ਵੀ ਜੋ ਵੀ ਫੈਸਲਾ ਲੈਣਗੇ ਇਹ ਸਾਡੇ ਹੱਕ 'ਚ ਲੈਣਗੇ। ਔਰ ਸਭ ਨੂੰ ਵੱਡੀ ਗੱਲ ਜਿਹੜੀ ਇਸ ਅੰਦੋਲਨ ਦੀ ਇਹ ਹੈਗੀ ਆ ਬਈ ਅੱਜ ਸਾਨੂੰ ਸਾਰੀਆਂ ਚੀਜ਼ਾਂ ਭੁੱਲ ਗਈਆਂ। ਸਾਡਾ ਹਰਿਆਣੇ ਦੇ ਨਾਲ ਕੀ ਤਕਰਾਰ ਸੀ, ਸਭ ਕੁਝ ਸਾਨੂੰ ਭੁੱਲ ਗਿਆ। ਇਸ ਵੇਲੇ ਭਰਾ ਵਾਲੀ ਗੱਲ ਆ, ਇੱਥੇ ਕੋਈ ਅਕਾਲੀ ਨਹੀਂ, ਕੋਈ ਕਾਂਗਰਸੀ ਨਹੀਂ, ਕੋਈ ਕਾਮਰੇਡ ਨਹੀਂ, ਕੋਈ ਝਾੜੂ ਵਾਲਾ ਨਹੀਂ। ਇਹ ਸਾਰੇ ਇਸ ਵੇਲੇ ਕਿਸਾਨਾਂ ਦੇ ਹਿੱਤ ਵਿੱਚ, ਮਜ਼ਦੂਰਾਂ ਦੇ ਹਿੱਤ ਵਿੱਚ, ਵਪਾਰੀ ਦੇ ਹਿੱਤ ਵਿੱਚ ਸਭ ਇਕੱਠੇ ਹੋ ਕੇ ਆਪੋ ਆਪਣੀਆਂ ਪਾਰਟੀਆਂ ਭੁਲਾ ਕੇ ਉੱਥੇ ਸ਼ਾਮਲ ਹੋ ਰਹੇ ਆ। ਇਹ ਸਾਡੇ ਲੋਕਾਂ ਦੀ ਇੱਕ ਵਿਲੱਖਣ ਪਛਾਣ ਆ ਵੀ ਅਸੀਂ ਅੱਜ ਸਭ ਕੁਝ ਭੁੱਲ ਕੇ ਸਿਰਫ ਇੱਕ ਆਪਣੇ ਹੱਕਾਂ ਦੀ ਲੜਾਈ ਲਈ ਉੱਥੇ ਇਕੱਠੇ ਹੋ ਗਏ। ਜਿਸ ਤਰ੍ਹਾਂ ਤੁਸੀਂ ਵਿਲੱਖਣ ਪਛਾਣ ਦੀ ਗੱਲ ਕੀਤੀ ਆ, ਸਾਰੀਆਂ ਸਿਆਸੀ ਪਾਰਟੀਆਂ ਪਿੱਛੇ ਪ੍ਰੋਗਰਾਮ ਛੱਡ ਕੇ ਗੱਲ ਕੀਤੀ ਆ, ਹੁਣ ਤੱਕ ਤੁਸੀਂ ਜਿਹੜਾ ਆ ਸਿਆਸੀ ਪਾਰਟੀਆਂ ਨਾਲ ਰਲ ਕੇ ਜਿਹੜਾ ਕੰਮ ਕਰ ਚੁੱਕੇ ਆ, ਉਹਦੇ ਕੰਮ ਕਰਨ ਦਾ ਤਾਂ ਇਸ ਸੰਘਰਸ਼ ਦਾ ਕਿੰਨਾ ਕੁ ਅੰਤਰ ਲੱਗਾ ਤੁਹਾਨੂੰ? ਦੇਖੋ ਜੀ, ਜੇ ਆਪਾਂ ਅੱਜ ਦੇ ਯੁੱਗ ਵਿੱਚ ਹਰ ਇਨਸਾਨ ਪਾਰਟੀ ਹਰੇਕ ਨਾਲ ਜੁੜਿਆ ਤਾਂ ਹੈ, ਕੋਈ ਥੋੜ੍ਹਾ ਆ, ਕੋਈ ਐਕਟਿਵ ਆ ਜਾਂ ਜ਼ਿਆਦਾ ਆ। ਪਰ ਅਸੀਂ ਬੜੇ ਲੰਬੇ ਸਮੇਂ ਤੋਂ ਪਾਰਟੀਆਂ 'ਚ ਕੰਮ ਕੀਤਾ ਆ, ਲਗਭਗ 20-22 ਸਾਲ ਹੋ ਗਏ ਆ। ਪਾਰਟੀਆਂ ਦੇ ਕੰਮ ਜਿਹੜੇ ਹੁੰਦੇ ਆ ਉਹ ਕਿਸੇ ਜ਼ਿੰਮੇਵਾਰੀਆਂ ਜਾਂ ਤੁਹਾਡੀਆਂ ਡਿਊਟੀਆਂ ਲੱਗਦੀਆਂ ਆ, ਪਰ ਇਹ ਸੰਘਰਸ਼ ਦਾ ਇੱਕ ਅਸੀਂ ਦੇਖਿਆ ਵੀ ਇੱਕ ਮਨੋਂ ਅੰਦਰੋਂ ਇੱਕ ਤੁਹਾਡੇ ਆਵਾਜ਼ ਉੱਠਦੀ ਆ, ਜਿਹਦੇ ਵਿੱਚ ਤੁਸੀਂ ਇਹ ਨਹੀਂ ਸਮਝਦੇ ਵੀ ਮੇਰੀ ਕਿਸੇ ਨੇ ਡਿਊਟੀ ਲਾਈ ਕਿ ਨਹੀਂ ਲਾਈ। ਆਪ ਮੁਹਾਰੇ ਲੋਕਾਂ ਦਾ ਜਾਂ ਸਾਡਾ ਮਨ ਕਰਦਾ ਆ ਵੀ ਅਸੀਂ ਉੱਥੇ ਸ਼ਾਮਲ ਹੋਈਏ। ਔਰ ਸੱਚ ਦੱਸਦੇ ਹਾਂ ਵੀ ਸਾਨੂੰ ਕਈ ਵਾਰੀ ਮਜਬੂਰੀ ਨੂੰ ਪਿੱਛੇ ਮੁੜਨਾ ਪੈਂਦਾ ਆ, ਕੋਈ ਨਾ ਕੋਈ ਸਾਡਾ ਕੋਈ ਦਾ ਰੁਝੇਵਾਂ ਹੁੰਦਾ ਕਰਕੇ, ਪਰ ਉੱਥੋਂ ਆਉਣ ਨੂੰ ਵਾਪਸ ਦਿਲ ਨਹੀਂ ਕਰਦਾ। ਮਤਲਬ ਇਹ ਅੰਦੋਲਨ ਜਿਹੜਾ ਆ ਇਹ ਅੰਦਰੋਂ ਦਿਲੋਂ ਲੜਿਆ ਜਾ ਰਿਹਾ ਆ। ਇਹ ਮਜਬੂਰੀ ਤਹਿਤ ਜਾਂ ਕਿਸੇ ਨੇ ਸਾਡੀ ਡਿਊਟੀ ਨਹੀਂ ਲਾਈ ਹੈਗੀ, ਸਾਨੂੰ ਕਿਸੇ ਨੇ ਨਹੀਂ ਕਿਹਾ ਵੀ ਤੁਸੀਂ ਰੋਜ਼ ਆਓ, ਤੁਸੀਂ ਜਾਓ, ਪਰ ਸਾਡਾ ਅੰਦਰ ਇੱਕ ਕਹਿ ਰਿਹਾ ਵੀ ਨਹੀਂ, ਸਾਨੂੰ ਉੱਥੇ ਖੜਨਾ ਚਾਹੀਦਾ। ਜਿਸ ਤਰ੍ਹਾਂ ਤੁਸੀਂ ਵੱਖ-ਵੱਖ ਮੀਡੀਆ ਨੂੰ ਮੁਖਾਤਬ ਹੁੰਦੇ ਆ, ਉੱਥੇ ਸਰਕਾਰ ਨੂੰ ਕੋਸਦੇ ਆ, ਕੇਂਦਰ ਸਰਕਾਰ ਨੂੰ, ਖਾਸ ਕਰਕੇ ਨਰਿੰਦਰ ਮੋਦੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਆ, ਤੁਹਾਡੇ ਅੰਦਰ ਉਸ ਵੇਲੇ ਜਿਹੜਾ ਉਤਸ਼ਾਹ ਹੁੰਦਾ ਆ ਜਾਂ ਸਰਕਾਰ ਪ੍ਰਤੀ ਕੋਈ ਭੈ ਨਹੀਂ ਹੁੰਦਾ? ਤੁਸੀਂ ਉੱਥੇ ਮਹਿਸੂਸ ਨਹੀਂ ਕੀਤਾ ਕੋਈ ਡਰ ਭੈ? ਦੇਖੋ ਜੀ, ਇੱਕ ਤਾਂ ਇਹ ਜਿਹੜੀ ਖਿੱਤਾ ਸਾਡਾ ਪੰਜਾਬ ਦਾ
ਇਸ ਧਰਤੀ ਨੂੰ, ਇਸ ਮਿੱਟੀ ਨੂੰ ਮਤਲਬ ਇੰਨੀ ਕੁ ਤਾਂ ਬਖਸ਼ਿਸ਼ ਹੈਗੀ ਆ ਵੀ ਜਿੱਥੇ ਕਿਤੇ ਕੋਈ ਖੜਨ ਦੀ ਗੱਲ ਆਉਂਦੀ ਹੈ ਸਾਡੇ ਖੂਨ 'ਚ ਹੈਗਾ ਆ। ਔਰ ਸਾਨੂੰ ਸਾਰਿਆਂ ਨੂੰ ਇਹ ਗੱਲ ਖੜਨੀ ਵੀ ਚਾਹੀਦੀ ਆ ਔਰ ਸਮਝ ਵੀ ਲੈਣੀ ਚਾਹੀਦੀ ਆ। ਜਿੱਥੇ ਤੱਕ ਪੋਲੀਟੀਕਲ ਪਾਰਟੀਆਂ ਦੀ ਗੱਲ ਆ, ਪਰ ਮੇਰਾ ਆਪਣਾ ਇਸ ਗੱਲ 'ਤੇ ਅੰਕਲਨ ਹੈਗਾ ਬਈ ਸੱਚ ਮੰਨੋ ਸਾਡਾ ਪੋਲੀਟੀਕਲ ਢਾਂਚਾ ਹਾਰਿਆ ਇੱਥੇ। ਜੀ ਅੱਜ ਜਿਹੜਾ ਲੋਕਾਂ ਦਾ ਇਕੱਠ ਆ ਉਹ ਜਿੱਤ ਵੱਲ ਵੱਧਦਾ ਜਾ ਰਿਹਾ, ਇਹ ਗੱਲ ਸਾਨੂੰ ਮੰਨ ਲੈਣੀ ਚਾਹੀਦੀ ਆ। ਅੱਜ ਤੋਂ ਕੁਝ ਸਮਾਂ ਪਹਿਲਾਂ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਜੇ ਉੱਥੇ ਜਾ ਕੇ ਦਿੱਲੀ ਵੱਲ ਬਹਿੰਦੀਆਂ ਅਤੇ ਅੱਜ ਸ਼ਾਇਦ ਇਸ ਅੰਦੋਲਨ ਦਾ ਰੰਗ ਰੂਪ ਰੇਖਾ ਹੋਰ ਹੁੰਦੀ। ਪਰ ਸੱਚ ਇਹ ਆ ਬਈ ਇਹ ਸਾਡੇ ਲੋਕਾਂ ਦਾ ਪੋਲੀਟੀਕਲ ਪਾਰਟੀਆਂ ਤੋਂ ਕਿਤੇ ਨਾ ਕਿਤੇ ਜਾ ਕੇ ਮਨ ਤਾਂ ਖੱਟਾ ਹੋਇਆ। ਇਹ ਸਾਨੂੰ ਗੱਲ ਮੰਨ ਲੈਣੀ ਚਾਹੀਦੀ ਆ, ਕਿਉਂਕਿ ਉੱਥੇ ਜਾ ਕੇ ਹਰ ਬੰਦਾ ਇਹ ਕਹਿੰਦਾ ਆ ਬਈ ਇਹ ਸਾਡੀ ਜਿਹੜੀ ਜਿੱਤ ਆ ਇਹ ਸਾਡੇ ਹੱਥ ਵਿੱਚ ਆ। ਹੁਣ ਵੀ ਜਦੋਂ ਕਿਤੇ ਨਾ ਕਿਤੇ ਕੋਈ ਸਰਕਾਰ ਪੋਲੀਟਿਕਸ ਖੇਡ ਜਾਵੇ ਜਾਂ ਕੋਈ ਆਪਣੇ ਬੰਦੇ ਛੱਡ ਕੇ ਵਿੱਚ ਜਾਂ ਏਜੰਸੀਆਂ ਛੱਡ ਕੇ ਕੋਈ ਤਾਰ ਪੀਡੋ ਕਰਨ ਦੀ ਜਦੋਂ ਕੋਸ਼ਿਸ਼ ਕਰ ਰਹੇ ਆ, ਜੇ ਇੱਦਾਂ ਦੀ ਕੋਈ ਗੱਲ ਹੋ ਜਾਵੇ ਤਾਂ ਕੋਈ ਕਹਿ ਨਹੀਂ ਸਕਦੇ। ਪਰ ਇਸ ਵੇਲੇ ਜਿਹੜਾ ਸਰਕਾਰ ਦੇ ਅੰਤਰਰਾਸ਼ਟਰੀ ਪੱਧਰ 'ਤੇ ਜਿੰਨਾ ਨੱਕ 'ਚ ਦਮ ਹੋਇਆ ਆ ਔਰ ਜਿੰਨਾ ਡਿਸਿਪਲਿਨ ਦੇ ਵਿੱਚ ਇਹ ਅੰਦੋਲਨ ਚੱਲ ਰਿਹਾ ਆ, ਉਸ ਹਿਸਾਬ ਦੇ ਨਾਲ ਸਾਨੂੰ ਲੱਗਦਾ ਵੀ ਅਸੀਂ ਜਿੱਤ ਦੇ ਨੇੜੇ ਆ। ਪਰ ਅਸੀਂ ਪਿਛਲੀਆਂ ਜਿਹੜੀਆਂ ਗਲਤੀਆਂ ਸਾਡੇ ਇਸ ਕੌਮ ਨੇ, ਇਸ ਖਿੱਤੇ ਨੇ ਹੰਢਾਈਆਂ ਆ, ਉਹਨਾਂ ਤੋਂ ਸਿੱਖ ਕੇ ਹਜੇ ਤੱਕ ਅਸੀਂ ਪੂਰਾ ਜਿਹੜਾ ਆ ਉਹ ਸਫਲਤਾ ਵੱਲ ਵਧ ਰਹੇ ਹਾਂ। ਜਿਸ ਤਰ੍ਹਾਂ ਇਹ ਅੰਦੋਲਨ ਜਿਹੜਾ ਆ ਪਹਿਲਾਂ ਵੀ ਪੰਜਾਬ ਨੇ 18-19 ਵਾਰ ਦਿੱਲੀ ਨੂੰ ਜਿੱਤਿਆ ਆ, ਹੁਣ ਇਹ ਇਸ ਜੀਵਨ 'ਚ ਇਸ ਵੇਲੇ ਆਪਣੇ ਜਿਹੜਾ ਇਹ ਅੰਦੋਲਨ ਜਿਹੜਾ ਆ ਜੀਵਨ 'ਚ ਆਇਆ ਆ, ਇਹ ਕਿਸ ਤਰ੍ਹਾਂ ਮਹਿਸੂਸ ਕਰਦੇ ਆ? ਤੁਹਾਡੇ ਮਨ 'ਚ ਕਿੰਨਾ ਕੁ ਜਿੱਤ ਲਈ ਇਹ ਜਿਹੜਾ ਆ ਖੁਮਾਰੀ ਆਵੇ, ਅਸੀਂ ਵੀ ਇਹ ਅੰਦੋਲਨ ਜਿੱਤ ਕੇ ਆਪਣੇ ਆਪ ਨੂੰ ਮਾਣ ਮਹਿਸੂਸ ਕਰਾਂਗੇ, ਇਤਿਹਾਸ ਦੁਹਰਾਉਣ ਜਾ ਰਹੇ ਹਾਂ? ਇਹਦੇ ਬਾਰੇ ਵੀ ਸਾਡੇ ਸਰੋਤਿਆਂ ਨੂੰ ਦੱਸਿਓ। ਦੇਖੋ ਜੀ, ਜਿੱਦਾਂ ਜਿੱਦਾਂ ਇਸ ਖਿੱਤੇ ਨੇ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕੀਤਾ ਆ, 84 ਵੇਲੇ ਥੋੜ੍ਹਾ ਸਾਨੂੰ ਯਾਦ ਸਾਰਾ ਹੈਗਾ ਆ, ਪਰ ਅਸੀਂ ਬਸ ਛੋਟੇ ਸੀਗੇ। ਪਰ ਉਹ ਚੀਜ਼ਾਂ ਤੋਂ ਜਿੰਨਾ ਪੜ੍ਹ ਕੇ ਲੋਕਾਂ ਨੇ, ਸਾਡੀ ਇਸ ਜਨਰੇਸ਼ਨ ਨੇ ਸਿੱਖਿਆ ਆ, ਜਿੰਨਾ ਇਸ ਵੇਲੇ ਵੀ ਕਹਿ ਸਕਦੇ ਬਹੁਤ ਵੱਡੀ ਜਿਹੜੀ ਤਾਦਾਦ ਆ ਉਹ ਨੌਜਵਾਨ ਵਰਗ ਦੀ ਆ। ਉੱਥੇ ਬਜ਼ੁਰਗ ਵੀ ਹੈਗੇ ਆ, ਬਜ਼ੁਰਗਾਂ ਤੋਂ ਬਿਨਾਂ ਅਸੀਂ ਕਿਤੇ ਨਹੀਂ ਜਾ ਸਕਦੇ, ਪਰ ਨੌਜਵਾਨ ਵਰਗ ਦਾ ਬਹੁਤ ਵੱਡਾ ਯੋਗਦਾਨ ਆ। ਔਰ ਇਹ ਗੱਲ ਮੰਨ ਲੈਣੀ ਚਾਹੀਦੀ ਵੀ ਨੇੜੇ ਤੇੜੇ ਜਿੰਨਾ ਉੱਥੇ ਸਾਡੇ ਜਿਹੜਾ ਬਸੋਂ ਵਾਲਾ ਏਰੀਆ ਆ, ਲੋਕਾਂ ਨੇ ਆਪਣੇ ਘਰ ਖੋਲ੍ਹ ਦਿੱਤੇ ਵੀ ਤੁਸੀਂ ਟੋਇਲਟ ਵਰਤੋ, ਬਾਥਰੂਮ ਵਰਤੋ, ਨਹਾਉਣ ਲਈ ਪਾਣੀ ਚਾਹੀਦਾ, ਖਾਣ ਪੀਣ ਦੀਆਂ ਚੀਜ਼ਾਂ ਲਈ ਪਾਣੀ ਚਾਹੀਦਾ। ਆਪਣੀਆਂ ਦੁਕਾਨਾਂ ਤੋਂ, ਪੈਟਰੋਲ ਪੰਪਾਂ ਤੋਂ, ਜਿੱਥੋਂ ਵੀ ਕੋਈ ਮਦਦ ਕਰ ਸਕਦਾ। ਹਰਿਆਣੇ ਵਾਲਿਆਂ ਦਾ ਸੱਚ ਪੁੱਛੋ, ਅਸੀਂ ਦੇਣ ਨਹੀਂ ਦੇ ਸਕਦੇ। ਹਰਿਆਣੇ ਵਾਲਿਆਂ ਤੋਂ ਬਿਨਾਂ ਇਹ ਅੰਦੋਲਨ ਨੂੰ ਇੰਨਾ ਅੱਗੇ ਲਿਜਾਣਾ ਬਹੁਤ ਔਖਾ ਸੀਗਾ। ਅੱਜ ਵੀ ਜੇ ਸਰਕਾਰ ਸਭ ਨੂੰ ਵੱਡਾ ਫੈਕਟ ਕੰਮ ਕਰ ਸਕਦਾ, ਜੇ JJP ਗੌਰਮੈਂਟ, ਜਿਹੜੀ JJP ਪਾਰਟੀ ਉੱਥੇ ਦੀ, ਉਹ BJP ਸਰਕਾਰ ਤੋਂ ਜੇ ਉਹਨਾਂ ਨੂੰ ਦਬਾਅ ਪਾ ਕੇ, ਪ੍ਰੈਸ਼ਰ ਪਾ ਕੇ ਜਾਂ ਆਪਣਾ ਸਮਰਥਨ ਵਾਪਸ ਲੈ ਕੇ ਜੇ ਉੱਥੋਂ ਉਹਨਾਂ ਦੀ ਪ੍ਰਬੰਧ ਕਰਵਾ ਸਕਦੀ ਹੈ ਨਾ, ਜਿੰਨਾ ਉਹਨਾਂ ਦਾ ਜ਼ੋਰ ਚੱਲ ਸਕਦਾ, ਸ਼ਾਇਦ ਅੱਜ BJP ਗੌਰਮੈਂਟ 'ਤੇ ਹੋਰ ਕਿਸੇ ਦਾ ਜ਼ੋਰ ਨਹੀਂ ਚੱਲਣਾ ਜਿੰਨਾ JJP ਪਾਰਟੀ ਜਿਹੜੀ ਆ, ਜੇ ਉੱਥੋਂ ਸਮਰਥਨ ਵਾਪਸ ਲਵੇ, ਚਾਹੇ ਉੱਥੇ ਜਿੰਨੀ ਸੰਗਤ ਬੈਠੀ ਹੈ ਉਹਨਾਂ ਲਈ ਸਾਰਾ ਪ੍ਰਬੰਧ ਕਰਵਾਵੇ। ਦੋਸਤੋ, ਜਿਸ ਤਰ੍ਹਾਂ ਅਸੀਂ ਗੁਰਨਾਮ ਸਿੰਘ ਨਾਲ ਦਿੱਲੀ ਨੂੰ ਆਉਣ ਜਾਣ ਬਾਰੇ, ਕਿਸਾਨੀ ਸੰਘਰਸ਼ ਬਾਰੇ ਅੱਜ ਦੇ ਜਿਹੜੇ ਆ ਸਵਾਲ ਜਵਾਬ ਪ੍ਰੋਗਰਾਮ ਅਸੀਂ ਕੀਤਾ ਆ, ਸਾਡੇ ਦੋਸਤਾਂ ਨੂੰ ਹੁਣ ਪਤਾ ਜ਼ਰੂਰ ਲੱਗ ਗਿਆ ਹੋਵੇਗਾ ਕਿ ਜਿਹੜੇ ਗੁਰਨਾਮ ਸਿੰਘ ਜੱਖੂ ਆ ਉਹ ਕਦੇ ਦਿੱਲੀ ਅਤੇ ਕਦੇ ਬਿਲਗਾ, ਉਹ ਕਿਸ ਤਰ੍ਹਾਂ ਜਾਂਦੇ ਆਉਂਦੇ ਆ, ਕਿਸ ਤਰ੍ਹਾਂ ਇਹਨਾਂ ਦਾ ਉਸ ਅੰਦੋਲਨ ਨਾਲ ਮੋਹ ਜੁੜਿਆ ਆ। ਗੁਰਨਾਮ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਚੈਨਲ ਨੂੰ ਟਾਈਮ ਦਿੱਤਾ। ਬਹੁਤ ਬਹੁਤ ਧੰਨਵਾਦ। ਬਸ ਮੈਂ ਅੰਤ ਵਿੱਚ ਰਜਿੰਦਰ ਸਿੰਘ ਜੀ ਇਹੀ ਕਹਿਣਾ ਚਾਹੁੰਦਾ ਬਈ ਅੱਜ ਸਾਨੂੰ ਨਾ ਕਿਸੇ ਨੂੰ ਇੱਕ ਦੂਜੇ ਨਾਲ ਕੰਪੇਅਰ ਕਰਨ ਦੀ ਲੋੜ ਨਹੀਂ ਹੈਗੀ। ਕਿਸੇ ਕੋਲ 7 ਦਿਨ ਦੀ ਸਮਰੱਥਾ ਆ, ਕਿਸੇ ਕੋਲ 15 ਦਿਨ ਦੀ ਸਮਰੱਥਾ, ਕਿਸੇ ਕੋਲ 2 ਦਿਨ ਦੀ ਸਮਰੱਥਾ। ਗੱਲ ਇਹ ਹੈਗੀ ਵੀ ਭਾਵਨਾ ਤਾਂ ਸਾਡੀ ਹਰ ਇੱਕ ਦੀ ਇੱਕ ਦਿਨ ਵਾਲੇ ਦੀ ਵੀ ਨਾਲ ਜੁੜੀ ਹੋਈ ਆ। ਜਿੰਨਾ ਕੋਈ ਯੋਗਦਾਨ ਪਾਉਂਦਾ ਆ ਉਹਨੂੰ ਸਾਨੂੰ ਕਿਸੇ ਨੂੰ ਕੋਈ ਟਾਰਗੇਟ ਨਹੀਂ ਕਰਨਾ ਚਾਹੀਦਾ। ਜਿੰਨਾ ਵੀ ਕੋਈ ਪਾ ਸਕਦਾ, ਚਾਹੇ ਇੱਕ ਦਿਨ ਦਾ ਜਾ ਕੇ ਉੱਥੇ ਪਾਉਂਦਾ ਆ, ਉਹ ਸਾਨੂੰ ਸਹਿਯੋਗ ਲੈ ਦੇਣਾ ਚਾਹੀਦਾ ਆ। ਦੂਸਰੀ ਬੇਨਤੀ ਨੌਜਵਾਨਾਂ ਨੂੰ ਆ, ਜਿਨ੍ਹਾਂ ਨੌਜਵਾਨਾਂ ਨੇ ਹੁਣ ਤੱਕ ਉੱਥੇ ਸੰਜਮ ਰੱਖਿਆ ਆ। ਸਰਕਾਰ ਕਦੀ ਵੀ ਵਿੱਚ ਕੋਈ ਨਾ ਕੋਈ ਅੜਚਣ ਪਾ ਕੇ ਕੋਈ ਹਰਕਤ ਇੱਦਾਂ ਦੀ ਕਿਸੇ ਹੋਰ ਤੋਂ ਵੀ ਕਰਵਾ ਸਕਦੀ ਆ ਬਈ ਜਿਹੜੇ ਨੌਜਵਾਨ ਰਾਤ ਨੂੰ ਜਾਂ ਦਿਨ ਨੂੰ, ਜਿੰਨੀ ਉੱਥੇ ਦੀ ਲੋਕਲ ਲੋਕਾਂ ਦੀ ਪਾਪੂਲੇਸ਼ਨ ਆ, ਉਹਦੇ ਨਾਲ ਕੋਆਪਰੇਟ ਕਰਨ। ਉਹਨਾਂ ਨੂੰ ਜਿੰਨਾ ਰਾਸਤਾ ਸਾਡੇ ਲੀਡਰਾਂ ਨੇ ਸਟੇਜ ਤੋਂ ਕਿਹਾ ਹੋਇਆ ਵੀ ਇੱਕ ਸਾਈਡ ਖੁੱਲ੍ਹੀ ਰੱਖ ਦਿਓ, ਵੀ ਉਹ ਰਾਸਤਾ ਉਹਨਾਂ ਨੂੰ ਆਉਣ ਜਾਣ ਲਈ ਚਾਹੀਦਾ, ਮਦਦ ਚਾਹੀਦੀ ਆ। ਔਰ ਸਾਡਾ ਕਿਰਦਾਰ ਆ, ਜਿਹੜਾ ਸਾਡਾ ਪੰਜਾਬੀਆਂ ਦਾ ਕਿਰਦਾਰ ਆ, ਉਹ ਕਿਰਦਾਰ ਸਾਡਾ ਡਿੱਗਣਾ ਨਹੀਂ ਚਾਹੀਦਾ। ਅੱਜ ਉੱਥੇ ਸਾਡੇ ਜਿਹੜੇ ਕਿਸਾਨ ਲੀਡਰ ਬੈਠੇ ਆ, ਉਹਨਾਂ ਦੀ ਪੱਗ ਦਾ ਸਵਾਲ ਆ, ਚਿੱਟੀ ਦਾੜੀ ਦਾ ਸਵਾਲ ਆ। ਸਾਡੇ ਕਿਰਦਾਰ ਜਿਹੜੇ ਆ ਉਹ ਸਾਡੇ ਜਿੱਦਾਂ ਪੰਜਾਬੀਆਂ ਦੇ ਮੰਨੇ ਗਏ, ਉਹ ਖਰੇ ਉਤਰਨੇ ਚਾਹੀਦੇ ਆ। ਇਹ ਜਿੱਤ ਸਾਨੂੰ ਤਾਂ ਹੀ ਚੰਗੀ ਲੱਗਣੀ ਆ ਜਦੋਂ ਅਸੀਂ ਆਪਣੇ ਕਿਰਦਾਰ ਨੂੰ ਵੀ ਸਾਫ਼ ਸੁਥਰਾ ਵਾਪਸ ਪੰਜਾਬ ਲੈ ਕੇ ਆਏ। ਬਹੁਤ ਧੰਨਵਾਦ ਤੁਹਾਡਾ ਜੀ। ਤੁਸੀਂ ਦੇਖ ਰਹੇ ਸੀ ਬਿਲਗਾ ਨਿਊਜ਼ ਆਨਲਾਈਨ ਚੈਨਲ। ਸਾਡੇ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ। ਧੰਨਵਾਦ।